कि लोगों के हकों का घाण हो रहा, उत्थे असीं जाते रहे हैं। अंबेडकर साहब की भी यही आइडियोलॉजी सी। जिस दिन अनाउंसमेंट हो गई हुण 2-4 दिनों तो जिहड़े गाने लग रहे हैं ट्रैक्टरां दे, ਉਹੀ लग रहे हैं कि कब्जा लेना है तो फिर वो जट इदां दा हुंदा जाऊगा, क्योंकि गाणिਆਂ 'ਚ वो आ गया। पर बाकी पता नहीं सोच दे विच आपां सोचदे कि सोच जे वधिया बन जाए कि जिहड़ी जात पात दे आधार ते पिंडां दे विच कई कुछ हुंदा है, कई बार सोशल बायकॉट हुंदे ने, ये चीज़ां ना होण। उम्मीद रखदे आ कि इन फ्यूचर जो पिंडां चले गए उत्थे जाके ये जिहड़ा ये सांझी वालता जिहड़ी सिर्फ इत्थे ही स्टेज तक ना सीमित रहे, तो उत्थे भी जाके कंटिन्यू रहनी चाहिए। ये ਹਨ ਗੁਰਦੀਪ पंजाब यूनीवर्सिटी चंडीगढ़ के कानून विभाग में PhD कर रहे हैं और 1 साल तो वध समय तक किसान अंदोलन में डटे रहे। अंदोलन में वो डॉक्टर भीम राव अंबेडकर के नाम से एक लाइब्रेरी चलाते सन। हालांकि गुरदीप किसानी परिवार नाल संबंध नहीं रखते, पर वो किसान मजदूर एकता की सांझी वालता मजबूत करने के मकसद नाल अंदोलन खत्म होने तक उत्थे डटे रहे। असीं उन्हां नाल अंदोलन में उन्हां दे ਵੱਖ-ਵੱਖ तजर्बियां बारे गलबात की। गुरदीप जी कितनी देर तो तुसीं इत्थे हो? वैसे आप 2 दसंबर 2020 ਨੂੰ आए सी ਸਿੰਘੂ ਬਾਰਡਰ ਤੇ, पर जिहड़ी लाइब्रेरी बनाई हुई आ ये असीं 15 दसंबर तो बनाई सी। ਤੇ ਕੀ ਇਹਦਾ ਮਕਸਦ ਕੀ ਹੈ ਤੁਹਾਡੇ ਲਾਇਬ੍ਰੇਰੀ? ਸਾਨੂੰ ਇਹ ਸੀ ਕਿ ਇੱਥੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ, ਕਿ ਸਾਡੀ ਇੱਕ ਆਰਗੇਨਾਈਜੇਸ਼ਨਲ ਵੇ ਨਾਲ ਸਾਡੀ ਜਿਹੜੀ ਇੱਕ ਇੱਥੇ ਰਿਪਰੈਜ਼ੈਂਟੇਸ਼ਨ ਹੋ ਜਾਵੇ ਇਸ ਮੋਰਚੇ ਦੇ ਵਿੱਚ। ਤੇ ਦੂਸਰਾ ਸਾਨੂੰ ਇਹ ਸੀ ਵੀ ਅਸੀਂ ਇੱਥੇ ਬੈਠੇ ਰਵਾਂਗੇ ਤਾਂ ਬੈਠ ਕੇ ਸਿਰਫ ਬੈਠ ਕੇ ਮੁੜ ਜਾਣਾ, ਤੇ ਇਸ ਲਈ ਅਸੀਂ ਕਿਤਾਬਾਂ ਲੈ ਆਏ ਸੀ ਕਿ ਲਾइब्रेरी टाइप ਅਸੀਂ ਡਾਕਟਰ ਅੰਬੇਡਕਰ ਦੇ ਨਾਮ ਤੇ ਲਾइब्रेरी ਬਣਾ ਲਈ ਆ, ਕਿਉਂਕਿ ਲੋਕਾਂ ਨੂੰ ਇਹ ਵੀ ਪਤਾ ਲੱਗਿਆ ਕਿ ਅੰਬੇਡਕਰ ਰਾਈਟ ਲੋਕ ਵੀ ਸਾਡੇ ਨਾਲ ਆਏ ਹੋਏ ਨੇ। ਅੱਛਾ, ਤੁਸੀਂ PhD ਦੇ ਸਕਾਲਰ ਵੀ ਹੋ ਜੀ। ਤੇ ਤੁਸੀਂ ਆਲਮੋਸਟ 1 ਸਾਲ ਤੋਂ ਲਗਾਤਾਰ ਇੱਥੇ ਬਣੇ ਹੋਏ ਹੋ ਜੀ। ਤੇ ਕੀ ਐਕਸਪੀਰੀਅੰਸ ਰਹੇ ਤੁਹਾਡੇ 1 ਸਾਲ ਦੇ? ਐਕਸਪੀਰੀਅੰਸ ਤਾਂ ਕਾਫੀ ਟਾਈਪ ਦੇ ਨੇ ਤੇ ਲਿਖ ਵੀ ਰਿਹਾ ਤੇ ਲਿਖਾਂਗੇ ਵੀ। ਤੇ ਬਸ ਇਹ ਆ ਵੀ ਸਾਨੂੰ ਜਿਵੇਂ ਆਪਾਂ ਚੰਡੀਗੜ੍ਹ ਰਹਿ ਰਹੇ ਹਾਂ, ਪੜ੍ਹ ਰਹੇ ਹਾਂ, ਤੇ ਕਦੇ ਕਿਤੇ ਹੋਰ ਕਈ ਵਾਰ ਨੀਂਦ ਵੀ ਨਹੀਂ ਆਉਂਦੀ ਹੁੰਦੀ ਸੀ, ਪਰ ਇੱਥੇ ਦੀ ਸਪਿਰਿਟ ਦੇ ਨਾਲ ਇੱਦਾਂ ਸੀ ਕਿ ਸੜਕ ਦੇ ਉੱਤੇ ਤੰਬੂਆਂ ਦੇ ਉੱਤੇ ਅਸੀਂ ਤੰਬੂਆਂ ਦੇ ਵਿੱਚ ਸੜਕ ਦੇ ਉੱਤੇ ਖੁੱਲ੍ਹੇ ਦੇ ਵਿੱਚ ਸੁੱਤੇ ਰਹੇ ਹਾਂ। ਤੇ ਉਸ ਤੋਂ ਬਾਅਦ ਜਦੋਂ ਵੀ ਮੀਂਹ ਆਇਆ ਆਪਾਂ ਭੰਡਦੇ ਰਹਿੰਦੇ ਸੀ, ਪਹਿਲਾਂ ਇੱਦਾਂ ਹੋ ਗਿਆ ਤੇ ਇੱਥੇ ਫੇਸ ਕੀਤਾ ਕਿ ਮੀਂਹ ਨਾਲ ਕਿਸ ਤਰੀਕੇ ਨਾਲ ਮੀਂਹ ਨਾਲ ਨਜਿੱਠਣਾ, ਜਾਂ ਫਿਰ ਲੋਕਾਂ ਦੀ ਕਈ ਵਾਰ ਵਾਈਬਸ ਇੱਦਾਂ ਦੀਆਂ ਹੁੰਦੀਆਂ ਸੀ ਕਿ ਬਾਹਰ ਟ੍ਰੈਫਿਕ ਦੇਖਣੀ ਜਾਂ ਕੁਛ ਹੋਰ, ਬਸ ਚੱਲਦਾ ਰਿਹਾ ਜੀ ਐਕਸਪੀਰੀਅੰਸ। ਕੀ ਮੋਟੀਵੇਸ਼ਨ ਕੀ ਸੀ ਤੁਹਾਡੀ ਇੱਥੇ ਆਉਣ ਦੀ? ਕਿਉਂਕਿ ਤੁਸੀਂ ਕਿਸੇ ਫਾਰਮਿੰਗ ਫੈਮਿਲੀ ਤੋਂ ਬਿਲੋਂਗ ਕਰਦੇ ਜੀ। ਨਹੀਂ ਜੀ, ਕੀ ਮੋਟੀਵੇਸ਼ਨ ਸੀ ਤੁਹਾਡੀ ਇੱਥੇ? ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇੱਕ ਤਾਂ ਇਹ ਸੀ ਕਿ ਇਹ ਜਿਹੜਾ ਇਹ 1 in a century ਇਹ ਮੂਵਮੈਂਟ ਹੈਗੀ ਆ ਜਿਹੜੀ, ਕਿ ਲੱਗਦਾ ਨਹੀਂ ਕਿ ਦੁਬਾਰਾ ਇੱਦਾਂ ਦੀ, ਇੱਕ ਮੋਦੀ ਤੋਂ ਸਾਰੇ ਅੱਕੇ ਹੋਏ ਸੀ। ਦੂਸਰਾ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਤੇ ਇਸ ਕਰਕੇ ਵੀ ਅਸੀਂ ਆਏ ਸੀ। ਤੇ ਤੀਜੀ ਮੈਂ ਗੱਲ ਦੱਸੀ ਕਿ ਕਿਸਾਨ ਮਜ਼ਦੂਰ ਏਕਤਾ ਵਾਲਾ ਜਿਹੜਾ ਨਾਰਾ ਸੀ, ਉਹਦੇ ਹਿਸਾਬ ਨਾਲ ਅਸੀਂ ਫਿਰ ਆਪਣੀ ਜਿਹੜੀ ਸਾਡੀਆਂ ਕਮਿਊਨਿਟੀਜ਼ ਨੇ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਇੱਥੇ ਆਏ ਸੀ, ਲੀਡ ਕਰਦੇ ਹੋਏ, ਤੇ ਉਹ ਸਾਡੇ ਨਾਲ ਜੁੜਦੇ ਹੋਏ ਇੱਥੇ ਹੋਰ ਵੀ ਆਉਂਦੇ ਰਹੇ ਨੇ। ਤੇ ਇਹ ਜ਼ਰੂਰੀ ਬਣ ਜਾਂਦਾ ਸੀ ਜਦੋਂ ਸਾਰੀਆਂ ਜਿਹੜੀਆਂ ਤੇ ਸਾਰੇ ਸੁਸਾਇਟੀਜ਼ ਨੇ ਉਹਨਾਂ ਦਾ ਜਿਹੜਾ ਅੰਦੋਲਨ ਸਾਂਝਾ ਹੋਵੇ, ਤੇ ਸਾਨੂੰ ਇਹ ਸੀ ਵੀ ਅਸੀਂ ਵੀ ਸ਼ਮੂਲੀਅਤ ਕਰੀਏ। ਅੱਛਾ, ਤੁਸੀਂ ਤੁਸੀਂ ਕਹਿੰਦੇ ਕਿ ਜਿਹੜੀ ਕਿਸਾਨ ਮਜ਼ਦੂਰ ਏਕਤਾ ਜਾਂ ਤੁਸੀਂ ਇੱਕ ਸਾਂਝੀ ਵਾਲਤਾ ਜਿਹੜੀ ਸੀ ਉਹਦੇ ਕਰਕੇ ਤੁਸੀਂ ਇੱਥੇ ਆਏ। ਤੁਹਾਨੂੰ ਕਦੇ ਲੱਗਿਆ ਕਿ ਇਹ ਜਿਹੜੀ ਕਿਸਾਨ ਇੱਥੇ ਹਾਵੀ ਹੈ ਜਾਂ ਮਜ਼ਦੂਰ ਦੀ ਜਿਹੜੀ ਪੁੱਛ ਪੜਤਾਲ ਕਰਦੀ ਹੈ? ਜਿਹੜੇ ਸੁਸਾਇਟੀ ਦੇ ਈਵਲਸ ਹੈਗੇ ਨੇ ਉਹ, ਤੇ ਜਿਹੜੇ ਬਹੁਤ ਮੁਸ਼ਕਲ ਨਾਲ ਜਾਣਗੇ, ਉਹ ਹੁੰਦਾ ਵੀ ਆ। ਆਪਾਂ ਨੂੰ ਉਮੀਦਾਂ ਹੈਗੀਆਂ ਸੀ ਕਿ ਇੱਥੋਂ ਕੁਛ ਸਿੱਖਾਂਗੇ, ਵੀ ਇਹ ਸਿੱਖ ਕੇ ਲੋਕ ਸੈਂਸਿਟਾਈਜ਼ ਹੋਣਗੇ, ਤਾਂ ਹੋਇਆ ਵੀ ਇਹ ਕੁਛ ਉਮੀਦ ਰੱਖਦੇ ਹਾਂ ਕਿ ਇਨ ਫਿਊਚਰ ਜਦੋਂ ਪਿੰਡਾਂ ਚਲੇ ਗਏ ਉੱਥੇ ਜਾ ਕੇ ਇਹ ਜਿਹੜਾ ਇਹ ਸਾਂਝੀ ਵਾਲਤਾ ਜਿਹੜੀ ਸਿਰਫ ਇੱਥੇ ਹੀ ਸਟੇਜ ਤੱਕ ਨਾ ਸੀਮਿਤ ਰਹੇ, ਤੇ ਉੱਥੇ ਵੀ ਜਾ ਕੇ ਕੰਟੀਨਿਊ ਰਹਿਣੀ ਚਾਹੀਦੀ। ਤੁਹਾਨੂੰ ਲੱਗਦਾ ਕਿ ਜਿਹੜੀ ਸਪਿਰਿਟ ਜਾਗੀ ਹੈ, ਜਿਹੜੀ ਲੈਂਡ ਹੋਲਡਿੰਗ ਕਮਿਊਨਿਟੀ ਹੈ ਤੇ ਜਿਹੜੀ ਲੈਂਡਲੈਸ ਜਿਹੜੀ ਲੇਬਰ ਹੈ, ਉਹਨਾਂ ਦੇ ਵਿੱਚ ਜਿਹੜਾ ਇੱਕ ਸੰਬੰਧ ਪੈਦਾ ਹੋਇਆ, ਤੁਹਾਨੂੰ ਲੱਗਦਾ ਕਿ ਕੰਟੀਨਿਊ ਰਹੇਗਾ ਜਦੋਂ ਮਤਲਬ ਫੀਲਡ ਦੇ ਵਿੱਚ ਜਾਂ ਹੁਣ ਜੰਗ ਮਤਲਬ ਆਲਮੋਸਟ ਜੰਗ ਜਿੱਤੀ ਚੁੱਕੇ ਨੇ, ਤੇ ਜਦੋਂ ਘਰਾਂ ਨੂੰ ਵਾਪਸ ਜਾਣਗੇ ਇਹ ਜਿਹੜੀ ਹੈ ਉਹ ਜਿਹੜੀ ਸਪਿਰਿਟ ਜਿਹੜੀ ਪੈਦਾ ਹੋਈ ਹੈ ਇਹ ਕੰਟੀਨਿਊ ਰਹੇਗੀ? ਇਹ ਹਲੇ ਕੁਝ ਕਹਿ ਨਹੀਂ ਸਕਦੇ। ਆਪਾਂ ਦੇਖੇ ਜਦੋਂ ਅੰਦੋਲਨ ਚੱਲ ਰਿਹਾ ਸੀ ਸ਼ੁਰੂ ਦੇ ਵਿੱਚ, ਜਿਹੜੇ ਅੰਦੋਲਨ ਦੇ ਵਿੱਚ ਗਾਣੇ ਲੱਗ ਰਹੇ ਸੀ ਕਨਵਰ ਗਰੇਵਾਲ ਦੇ ਜਾਂ ਫਿਰ ਹੋਰ ਜਿਹੜੇ ਕਿਸਾਨੀ ਨਾਲ ਜਿਸ ਦਿਨ ਅਨਾਊਂਸਮੈਂਟ ਹੋ ਗਈ ਹੁਣ 2-4 ਦਿਨਾਂ ਤੋਂ ਜਿਹੜੇ ਗਾਣੇ ਲੱਗ ਰਹੇ ਨੇ ਟਰੈਕਟਰਾਂ ਦੇ, ਉਹੀ ਲੱਗ ਰਹੇ ਨੇ ਕਿ ਕਬਜ਼ਾ ਲੈਣਾ ਹੈ ਤਾਂ ਫਿਰ ਉਹ ਜੱਟ ਇੱਦਾਂ ਦਾ ਹੁੰਦਾ ਜਾਊਗਾ, ਕਿਉਂਕਿ ਗਾਣਿਆਂ 'ਚ ਉਹ ਆ ਗਿਆ। ਪਰ ਬਾਕੀ ਪਤਾ ਨਹੀਂ ਸੋਚ ਦੇ ਵਿੱਚ ਆਪਾਂ ਸੋਚਦੇ ਕਿ ਸੋਚ ਜੇ ਵਧੀਆ ਬਣ ਜਾਵੇ ਕਿ ਜਿਹੜੀ ਜਾਤ ਪਾਤ ਦੇ ਆਧਾਰ 'ਤੇ ਪਿੰਡਾਂ ਦੇ ਵਿੱਚ
ਕਈ ਕੁਛ ਹੁੰਦਾ ਹੈ, ਕਈ ਵਾਰ ਸੋਸ਼ਲ ਬਾਈਕਾਟ ਹੁੰਦੇ ਨੇ। ਇਹ ਚੀਜ਼ਾਂ ਨਾ ਹੋਣ ਤਾਂ ਇਹ ਅੰਦੋਲਨ ਦਾ ਹੋਰ ਵੀ ਵੱਧ ਫਾਇਦਾ ਹੋਵੇਗਾ, ਸਾਰੀ ਸੋਸਾਇਟੀ ਲਈ ਫਾਇਦਾ ਹੋਵੇਗਾ। ਅਤੇ ਅਸੀਂ ਉੱਥੇ ਜਾ ਕੇ ਕੁਛ ਸਿੱਖਿਆ ਵੀ ਸੀ ਕਿ ਜਿਵੇਂ ਕਹਿੰਦੇ ਸੀਗੇ ਮੋਦੀ ਦਾ ਥੈਂਕਸ ਕਰਦੇ ਸੀਗੇ ਕਿ ਡਿਊ ਟੂ ਇਹ ਜਿਹੜੀ RSS BJP ਐਫੀਲੀਏਸ਼ਨ ਆ ਕਿ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹ ਇਕੱਠੀਆਂ ਹੋਈਆਂ, ਪਰ ਇੱਥੇ ਜੇ ਉਹ ਰਹਿਣਗੀਆਂ ਇੱਦਾਂ ਹੀ ਇਕੱਠੀਆਂ ਫਿਰ ਉਹਦਾ ਬੈਨੀਫਿਟ ਹੋਵੇਗਾ, ਫਿਰ ਉਹਦਾ ਫਾਇਦਾ ਹੋਵੇਗਾ। ਠੀਕ ਹੈ, ਤੁਸੀਂ 1 ਸਾਲ ਦੇ ਵਿੱਚ ਕੀ ਓਬਜ਼ਰਵ ਕੀਤਾ ਵੀ ਕੀ ਇੱਥੇ ਚੰਗਾ ਹੋਇਆ, ਕੀ ਮਾੜਾ ਹੋਇਆ, ਕਿਹੜੇ ਚੀਜ਼ ਨੇ ਜਿਹਨੇ ਕੰਮ ਕੀਤਾ ਇੱਥੋਂ ਤੱਕ ਪਹੁੰਚਣ ਨੂੰ, ਜਿਹੜੇ ਮੋਦੀ ਹੁਣ ਰਾਜੀ ਹੋ ਗਿਆ ਕਿ ਆਪਾਂ 3 ਕਰੋੜ ਵਾਪਸ ਆ ਜਾਣਗੇ, ਇਹਦੇ 'ਚ ਕਿਸ ਚੀਜ਼ ਨੇ ਕੰਮ ਕੀਤਾ, ਵਟ ਡਿਡ ਵਰਕ, ਕੀ ਇੱਦਾਂ ਦਾ ਕਿਹੜਾ ਕੰਮ ਹੋਇਆ ਬਣਾ, ਕਿਸ ਚੀਜ਼ ਨੇ ਕੰਮ ਕੀਤਾ, ਕਿਸ ਚੀਜ਼ ਨੇ ਨਹੀਂ ਕੀਤਾ? ਇਹਦੇ ਲਈ ਮੈਨੂੰ ਲੱਗਦਾ ਆਪਾਂ ਇੱਕ ਚੀਜ਼ ਨਹੀਂ ਕਹਿ ਸਕਦੇ, ਕੋਲੈਕਟਿਵਲੀ ਕਈ ਚੀਜ਼ਾਂ ਹੋਣਗੀਆਂ ਇਹਦੇ ਲਈ। ਇੱਕ ਤਾਂ ਹੁਣ ਦੇਖਿਆ ਕਿ ਜਿਹੜੀ BJP ਆ ਉਹਨਾਂ ਨੂੰ ਸਿਰਫ ਵੋਟ ਦੀ ਰਾਜਨੀਤੀ ਹੀ ਚਾਹੀਦੀ ਆ, ਕਿਉਂਕਿ ਵੋਟਾਂ ਨੇ ਉਹਨਾਂ ਨੇ ਵੋਟਾਂ ਨਾਲ ਗਿਣਤੀ ਕਰਦੇ ਨੇ, ਉਹਦੇ ਵੋਟਾਂ ਦੀ ਆਸ 'ਤੇ ਹੀ ਵੋਟਾਂ ਦੇ ਨਾਮ 'ਤੇ ਹੀ ਉਹ ਫਿਰ ਕੋਈ ਜਾਤ ਪਾਤ ਦੇ ਨਾਮ 'ਤੇ ਲੜਾਈ ਜਾਂਦੇ ਨੇ। ਇੱਕ ਤਾਂ UP ਦੀ ਇਲੈਕਸ਼ਨਾਂ ਵੀ ਆ ਰਹੀਆਂ ਸੀ, ਜਾਂ ਫਿਰ ਇਹ ਜਿਹੜਾ ਸਾਡਾ ਅੰਦੋਲਨ ਹੈ ਇਹ ਸੰਸਾਰ ਪੱਧਰੀ ਫੈਲ ਚੁੱਕਾ ਸੀ। ਚਾਹੇ ਵਿੱਚ 2-3 ਮਹੀਨੇ ਜਿਹੜੇ ਇੱਥੇ ਬੈਠੇ ਸੀ ਉਹਨਾਂ ਲਈ ਪਿਛਲੇ 2-3 ਮਹੀਨੇ ਨਮੋਸ਼ੀ ਵਾਲੇ ਰਹੇ ਨੇ, ਉਦੋਂ ਨਹੀਂ ਬੋਲਦੇ ਹੁੰਦੇ ਸੀ ਕਿ ਪੋਜ਼ੀਟਿਵ ਵਾਈਬਸ ਜਾਣ, ਪਰ ਹੈ ਸੀ ਇੱਦਾਂ ਦਾ ਕਿ ਬਾਰਿਸ਼ ਆ ਗਈ, ਕਦੇ ਟੈਂਟ ਡਿੱਗ ਪਏ, ਕਦੇ ਹਨੇਰੀ ਆ ਗਈ, ਤੰਬੂਆਂ ਨੂੰ ਅਸੀਂ ਆਪਣਾ ਸਮਾਨ ਸਾਂਭਦੇ ਫਿਰਦੇ ਹਾਂ, ਸਟਰਕਚਰ ਦੇਖਿਆ ਉੱਦਾਂ ਦਾ ਹੋ ਗਿਆ ਸੀ। ਬਟ ਹੁਣ ਉਹ ਸਾਰੇ ਬੰਦੇ ਬੈਠੇ ਰਹੇ ਨੇ, ਉਹਨਾਂ ਦਾ ਸੰਘਰਸ਼ ਵੀ ਹੈਗਾ, ਇਹਨਾਂ ਨੂੰ ਇਹ ਵੀ ਲੱਗਿਆ ਹੋਊਗਾ ਸ਼ਾਇਦ ਵੀ ਇਹ ਮੁੜ ਜਾਣਗੇ ਲੋਕ, ਪਰ ਉਹ ਵੀ ਹੈਗਾ ਸੀ ਕਿ ਜਿੱਦ 'ਤੇ ਬੈਠੇ ਨੇ। ਜਦੋਂ ਆਪਣੇ ਲੋਕ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਤਾਂ 24 ਤੱਕ ਵੀ ਬੈਠ ਜਾਵਾਂਗੇ, ਇਲੈਕਸ਼ਨ ਵਾਲਾ ਹੋ ਗਿਆ, ਉਹ ਹੋ ਗਿਆ, ਜਿਹੜੀ ਇੰਟਰਨੈਸ਼ਨਲ ਲੈਵਲ 'ਤੇ ਇਹਨਾਂ ਦੀ ਜਿਹੜੀ ਬਦਨਾਮੀ ਹੋ ਰਹੀ ਸੀ ਉਹਦਾ ਵੀ ਸਾਰਿਆਂ ਨੂੰ ਪਤਾ ਲੱਗ ਗਿਆ। ਪਰ ਇਹਦਾ ਕਈ ਕਾਰਨ ਸੀ ਜਿਹਦੇ ਕਰਕੇ ਇਹਨਾਂ ਨੇ ਇਹ ਕਾਨੂੰਨ ਵਾਪਸ ਲਏ ਨੇ, ਅਤੇ ਕੁਛ ਨੈਗੇਟਿਵਿਟੀ ਵਾਲੇ ਇਹ ਵੀ ਹੈਗੇ ਨੇ। ਇਨ ਫਿਊਚਰ ਹੋ ਸਕਦਾ ਕਿ ਇੱਦੋਂ ਵੀ ਕੋਈ ਸਖਤਾਈ ਨਾਲ ਇਹ ਦੇਖਣ ਕਿ ਇਹ ਪੰਜਾਬ ਦੇ ਕਿ ਸੂਬੇ ਨੂੰ ਜਾਂ ਕੋਈ ਹੋਰ ਸੂਬੇ ਜਿਹਨੇ ਵੀ ਸਾਥ ਦਿੱਤਾ ਕਿ ਉਹਨਾਂ ਨੂੰ ਹੋਰ ਤਰੀਕੇ ਨਾਲ ਨਜਿੱਠਿਆ ਜਾਵੇ। ਕਈ ਵਾਰ ਆਪਾਂ ਕਹਿੰਦੇ ਹਾਂ ਕਿ ਕੋਈ ਵੱਡੇ ਸਟੈਪ ਕਰਨ ਦੇ ਲਈ ਇੱਕ ਛੋਟਾ ਸਟੈਪ ਪਿੱਛੇ ਲੈਣਾ ਪੈਂਦਾ। ਹੋ ਸਕਦਾ ਕਿੱਦਾਂ ਦੀਆਂ ਚਾਲਾਂ ਜਿਹੜੀਆਂ ਨੇ ਇਹ ਸੋਚ ਕੇ ਬੈਠੇ ਹੋਣ ਕਿ ਇਨ ਫਿਊਚਰ ਕਿਵੇਂ ਲੋਕਾਂ ਨਾਲ ਡੀਲ ਕਰਨਾ। ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ, ਤੁਸੀਂ ਘਰੇ ਕੀ ਦੱਸ ਕੇ ਆਏ ਸੀ ਵੀ ਮੈਂ ਕਿੱਥੇ ਜਾ ਰਿਹਾ, ਕਿਉਂ ਜਾ ਰਿਹਾ, ਜਾਂ ਕੀ ਤੁਹਾਡਾ ਮਕਸਦ ਹੈ, ਜਾਂ ਕੋਈ ਰੋਕ ਟੋਕ ਕੀਤੀ ਵੀ ਯਾਰ ਤੂੰ ਵੀ ਲੈਣ ਚੱਲਿਆ ਉੱਥੇ ਪੜ੍ਹਾਈ ਕਰ? ਨਹੀਂ, ਉਹ ਤਾਂ ਐਂ ਸੀ ਜੀ, ਘਰ ਦੀ ਤਾਂ ਗੱਲ ਐ ਸੀ ਕਿ ਘਰੋਂ ਤਾਂ ਕਿਉਂਕਿ ਸ਼ੁਰੂ ਤੋਂ ਹੀ ਆਪਾਂ ਦੇਖਦੇ ਹਾਂ ਅਤੇ ਉਹ ਇੱਦਾਂ ਦੇ ਕਿੱਸੇ ਸੁਣਾਉਂਦੇ ਹੀ ਹੁੰਦੇ ਸੀ। ਜਿਵੇਂ ਮਾਂ ਸੀ ਮੇਰੀ, ਉਹ ਵੀ ਦੱਸਦੀ ਹੁੰਦੀ ਸੀ ਕਿ ਆਪਾਂ ਨੂੰ ਬੰਦੇ ਨੂੰ ਬੰਦਿਆਂ ਦੇ ਕੰਮ ਆਉਣਾ ਚਾਹੀਦਾ, ਜਾਂ ਫਿਰ ਜਿਵੇਂ ਪੰਜਾਬ 'ਚ ਆਪਾਂ ਸੁਣਦੇ ਵੀ ਰਹੇ ਹਾਂ ਕਿ ਜਿਵੇਂ ਕਹਿੰਦੇ ਪੰਜਾਬ ਦੇ ਜੰਮੇ ਨੂੰ ਨਿੱਤ ਮਹਿਮਾ। ਅਤੇ ਸਾਨੂੰ ਪਤਾ ਹਮੇਸ਼ਾ ਦੀ ਇਹ ਯੂਨੀਵਰਸਿਟੀਜ਼ ਵੀ ਕੰਮ ਕਰਦੇ ਰਹੇ ਹਾਂ, ਸਾਡੀ ਜਿੱਦਾਂ ਜਥੇਬੰਦੀ ਅੰਬੇਦਕਰ ਐਸੋਸੀਏਸ਼ਨ, ਅਸੀਂ ਕੰਮ ਕਰਦੇ ਰਹੇ ਹਾਂ ਕਿ ਜਿੱਥੇ ਵੀ ਕੋਈ ਪ੍ਰੋਬਲਮ ਹੋ, ਜਿੱਥੇ ਵੀ ਸਾਨੂੰ ਲੱਗਦਾ ਕਿ ਲੋਕਾਂ ਦੇ ਹੱਕਾਂ ਦਾ ਘਾਣ ਹੋ ਰਿਹਾ, ਉੱਥੇ ਅਸੀਂ ਜਾਂਦੇ ਰਹੇ ਹਾਂ। ਅੰਬੇਦਕਰ ਸਾਹਿਬ ਦੀ ਵੀ ਇਹੀ ਆਈਡੀਓਲੋਜੀ ਸੀ, ਅਤੇ CA ਦੇ ਪ੍ਰੋਟੈਸਟ ਹੋਏ ਨੇ ਚੰਡੀਗੜ੍ਹ ਦੇ ਵਿੱਚ ਵੀ, ਜਾਂ ਹੋਰ ਵੀ 370 ਨੂੰ ਲੈ ਕੇ ਜਿੱਦਾਂ ਵੀ ਹੋਏ ਸੀ ਸਰਕਾਰ ਵੱਲੋਂ ਜ਼ੁਲਮ ਕੀਤੇ ਗਏ ਨੇ, ਅਸੀਂ ਸਾਰਿਆਂ 'ਚ ਪਾਰਟੀਸਪੇਟ ਕੀਤਾ। ਦੂਜੀ ਗੱਲ ਆ, ਘਰਦਿਆਂ ਨੂੰ ਇਹ ਗੱਲ ਦਾ ਪਹਿਲਾਂ ਹੀ ਪਤਾ ਕਿ ਇਹ ਯੂਨੀਵਰਸਿਟੀ ਪੜ੍ਹਦੇ ਹੋਏ ਵੀ ਇੱਦਾਂ ਦੀ ਕੰਮ ਕਰਦੇ ਰਹਿੰਦੇ ਨੇ, ਅਤੇ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਅੰਦੋਲਨ ਇੰਨਾ ਵਿਸ਼ਾਲ ਵੀ ਬਣ ਜਾਵੇਗਾ, ਅਤੇ ਉਹਨਾਂ ਨੂੰ ਵੀ ਅਸੀਂ ਸਾਰੇ ਜਾ ਰਹੇ ਨੇ, ਕੋਈ ਗੱਲ ਨਹੀਂ, ਇਹ ਵੀ ਜਾ ਰਹੇ ਨੇ, ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਤੁਸੀਂ ਘਰ ਵੀ ਜਾਂਦੇ ਹੋਗੇ ਵਾਪਸ ਇਸ ਦੌਰਾਨ? ਇਸ ਦੌਰਾਨ ਮੈਂ 2 ਵਾਰ ਘਰ ਗਿਆ। ਪਹਿਲਾਂ ਮੈਂ 24 ਨਵੰਬਰ ਨੂੰ ਆਇਆ ਸੀ ਘਰ ਤੋਂ, ਚੰਡੀਗੜ੍ਹ ਆ ਗਿਆ ਸੀ, ਅਤੇ 2 ਦਸੰਬਰ ਨੂੰ ਇੱਥੇ ਆਇਆ ਸੀ, ਅਤੇ 2 ਵਾਰ ਪਿੰਡ ਗਿਆ ਸੀ ਜਿਹੜਾ ਮੇਰਾ ਪਿੰਡ। ਪਰ ਚੰਡੀਗੜ੍ਹ ਪੜ੍ਹਾਈ ਹੋਣ ਕਾਰਨ ਪਿਛਲੇ 2 ਮਹੀਨਿਆਂ ਤੋਂ ਇਹ ਆ ਕਿ 5-7 ਦਿਨ ਉੱਥੇ ਰਹਿ ਗਏ, 5-7 ਦਿਨ ਇੱਥੇ ਰਹਿ ਗਏ। ਅੱਛਾ ਜੀ, ਕਾਹਦੇ ਤੋਂ ਤੁਸੀਂ ਕਰ ਰਹੇ ਹੋ ਰਿਸਰਚ? ਮੇਰੀ ਰਿਸਰਚ ਹੈਗੀ ਹੈ ਜਿਹੜੀ ਐਟਰੋਸਿਟੀ ਐਕਟ ਆ ਜਿਹੜਾ 1999 ਦੇ ਵਿੱਚ SC ST ਐਕਟ ਆਇਆ ਸੀ, ਉਹਦੇ ਉੱਤੇ ਮੇਰੀ ਰਿਸਰਚ ਆ ਕਿ ਉਹਦੀ ਇੰਪਲੀਮੈਂਟੇਸ਼ਨ ਦੇ ਲਈ ਸਰਕਾਰ ਨੇ ਕੀ ਕੀਤਾ, ਪੰਜਾਬ ਸਰਕਾਰ ਨੇ, ਅਤੇ ਪੰਜਾਬ ਦਾ ਜਿਹੜਾ SC ਕਮਿਸ਼ਨ ਆ ਉਹਨੇ ਕੀ ਕੀਤਾ, ਇਹਦੇ ਉੱਤੇ ਮੇਰਾ ਕੰਮ ਆ ਜੀ। ਤੁਸੀਂ ਇਹ ਇੱਕ ਸਾਲ ਦੇ ਦੌਰਾਨ ਕੋਈ ਇੱਦਾਂ ਦਾ ਇਨਸੀਡੈਂਟ ਸ਼ੇਅਰ ਕਰ ਸਕਦੇ ਹੋ ਜਿਹੜਾ ਤੁਹਾਡੇ ਦਿਲ ਨੂੰ ਲੱਗਿਆ ਹੋਵੇ ਕਿ ਇਹ ਬਹੁਤ ਵਧੀਆ ਚੀਜ਼ ਸੀ, ਜਾਂ ਇੱਕ ਇੱਦਾਂ ਦਾ ਕਿ ਜਿਹੜਾ ਲੱਗਿਆ ਹੋਵੇ ਵੀ ਇੱਦਾਂ ਨਹੀਂ ਹੋਣੀ ਚਾਹੀਦੀ ਯਾਰ, ਇਹ ਚੀਜ਼ ਮਾੜੀ ਹੋ ਰਹੀ ਹੈ? ਮਾੜੀਆਂ ਅਤੇ ਚੰਗੀਆਂ ਚੀਜ਼ਾਂ ਕਈ ਨੇ ਜੀ, ਮੈਂ ਤੁਹਾਨੂੰ ਕਿਹਾ ਦੱਸੀ ਬਾਅਦ 'ਚ ਐਨਾਲਿਸਿਸ ਕਰਨਾ ਹੋਵੇ ਥੋੜ੍ਹਾ ਜਿਹਾ। ਐਨਾਲਿਸਿਸ ਤਾਂ ਠੀਕ ਹੈ ਜੀ, ਬਟ ਇੱਥੇ ਨਹੀਂ ਹਲੇ ਕੁਝ ਕਹਿ ਨਹੀਂ ਸਕਦੇ, ਲਿਖਾਂਗੇ ਕੁਝ ਲਿਖ ਕੇ ਕਿ ਫਿਊਚਰ ਦੇ ਵਿੱਚ? ਹਾਂ, ਫਿਊਚਰ ਦੇ ਵਿੱਚ ਕੁਝ ਲਿਖਾਂਗੇ ਵੀ ਇੱਦਾਂ ਦੀ ਕੋਈ ਚੀਜ਼ ਹਾਲੇ ਵੀ, ਕਿਉਂਕਿ ਅੰਦੋਲਨ ਚੱਲ ਰਿਹਾ। ਅੰਦੋਲਨ ਤੋਂ ਬਾਅਦ ਮਾੜੀਆਂ ਚੰਗੀਆਂ ਤਾਂ ਬਹੁਤ ਵਾਪਰੀਆਂ, ਜਿੱਦਾਂ ਪਿੰਡਾਂ 'ਚ ਵੀ ਵਾਪਰਦੀ ਹੁੰਦੀ, ਇੱਥੇ ਵੀ ਕਈ ਚੀਜ਼ਾਂ ਇੱਦਾਂ ਦੀਆਂ ਵਾਪਰੀਆਂ ਨੇ, ਅਤੇ ਹਰ ਰੋਜ਼ ਵੀ ਦੇਖ ਰਿਹਾ, ਅਤੇ ਪਰ ਕੋਈ ਗੱਲ ਨਹੀਂ, ਬਾਅਦ 'ਚ ਦੱਸਾਂਗੇ। ਚਲੋ।